ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਪ੍ਰੀਤ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਦੇ ਨਵੇਂ ਬਿਆਨ ਨਾਲ ਅਮਰੀਕਾ 'ਚ ਮਚੀ ਤਰਤਲੀ, ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਪ੍ਰਗਟਾਈ ਇੱਛਾ। ਕੈਨੇਡਾ 'ਚ ਕਾਮਿਆਂ ਵਿਦਿਆਰਥੀਆਂ ਲਈ ਦਰਵਾਜ਼ੇ ਹੋ ਰਹੇ ਬੰਦ, 23 ਲੱਖ ਤੋਂ ਵੱਧ ਵੀਜ਼ੇ ਹੋਏ ਰੱਦ। ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ। ਡੰਕੀ ਰੂਟ ਰਾਹੀਂ ਅਮਰੀਕਾ ਜਾਣਾ ਹੋਇਆ ਔਖਾ, ਗ੍ਰਿਫਤਾਰੀਆਂ ਹੋਈਆਂ ਸ਼ੁਰੂ। ਟੈਕਸਾਸ ਤੋਂ ਮੁਕਤੀ ਦਾ ਦਿਨ ਨੇੜੇ ਆ ਰਿਹਾ ਹੈ, ਡੋਨਾਲਡ ਟਰੰਪ। ਦਿੱਲੀ 에ਅਰਪੋਰਟ ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਦਾਅਵਾ ਕੀਤਾ ਹੈ ਅਤੇ ਉਹਨਾਂ ਨੇ ਇਸ ਤੇ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ। ਉਹਨਾਂ ਦੇ ਇਸ ਬਿਆਨ ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਅਮਰੀਕੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਸਿਰਫ 2 ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਟਰੰਪ ਸੱਚਮੁੱਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਇਰਾਦਾ ਰੱਖਦੇ ਹਨ ਜਾਂ ਇਹ ਉਹਨਾਂ ਦਾ ਇੱਕ ਹੋਰ ਮਜ਼ਾਕ ਹੈ। ਦਰਅਸਲ ਐਤਵਾਰ 30 ਮਾਰਚ ਨੂੰ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਸਤਾ ਖੋਲਿਆ ਜਾ ਸਕਦਾ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਇਸ ਬਾਰੇ ਸੋਚਣਾ ਬਹੁਤ ਜਲਦੀ ਹੈ। ਇਸ ਬਿਆਨ ਦੇ ਨਾਲ ਟਰੰਪ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਸਿਰਫ ਮਜ਼ਾਕ ਨਹੀਂ ਕਰ ਰਹੇ, ਸਗੋਂ ਕੁਝ ਗੰਭੀਰ ਸੋਚ ਰਹੇ ਹਨ। ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਜੋ 1951 ਵਿੱਚ ਲਾਗੂ ਹੋਈ ਸੀ, ਕਿਸੇ ਵੀ ਰਾਸ਼ਟਰਪਤੀ ਨੂੰ 2 ਵਾਰ ਤੋਂ ਵੱਧ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੰਦੀ। ਇਹ ਸੋਧ ਫ੍ਰੈਂਕਲਿਨ ਡੀ ਰੂਜ਼ਵੈਲਟ ਦੇ 4 ਕਾਰਜਕਾਲਾਂ ਤੋਂ ਬਾਅਦ ਲਿਆਂਦੀ ਗਈ ਸੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਰਾਸ਼ਟਰਪਤੀ ਲੰਬੇ ਸਮੇਂ ਤੱਕ ਸੱਤਾ ਵਿੱਚ ਨਾ ਰਹੇ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਹ ਰਾਸ਼ਟਰਪਤੀ ਜੈਡੀ ਵੈਂਸ ਦੀ ਨਾਮਜ਼ਦਗੀ ਅਤੇ ਬਾਅਦ 'ਚ ਅਸਤੀਫਾ ਇਸ ਸੀਮਾ ਨੂੰ ਬਾਈਪਾਸ ਕਰ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਇਹ ਇੱਕ ਤਰੀਕਾ ਹੋ ਸਕਦਾ ਹੈ ਪਰ ਹੋਰ ਤਰੀਕੇ ਹਨ। ਜਦੋਂ ਉਸ ਨੂੰ ਹੋਰ ਤਰੀਕਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਹੋ ਗਿਆ ਅਤੇ ਕੁਝ ਨਹੀਂ ਬੋਲੇ। ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਹੋ ਰਹੇ ਹਨ। ਹਾਲ ਹੀ ਦੇ ਵਿੱਚ ਜਾਰੀ ਸਰਕਾਰੀ ਆંકੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਹਨ। ਕੈਨੇਡਾ ਦੇ ਸਥਾਨਕ ਅਖਬਾਰ ਦੇ ਮੁਤਾਬਕ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਆંકੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਅਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ। 2024 ਵਿੱਚ 23 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ। ਵੀਜ਼ਾ ਰੱਦ ਹੋਣ ਦੀ ਦਰ ਵਧੀ ਆંકੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਸਨ। ਕੈਨੇਡਾ ਦੇ ਵਿੱਚ ਰਹਿਣ ਸਹਿਣ ਦਾ ਖਰਚ ਲਗਾਤਾਰ ਵਧ ਰਿਹਾ ਹੈ ਅਤੇ ਇਸ ਤੋਂ ਇਲਾਵਾ ਰਿਹਾਇਸ਼ੀ ਸੰਕਟ ਵੀ ਪੈਦਾ ਹੋ ਗਿਆ ਹੈ। ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦੇ ਆਉਣ ਕਾਰਨ ਸਿਹਤ ਸੰਭਾਲ ਤੇ ਦਬਾਅ ਵਧ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਘੱਟੋ-ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀਆਂ ਆਗਿਆ ਦੇਵੇਗੀ, ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਧ ਗਈ ਹੈ। ਵੀਜ਼ਾ ਦੀ ਹਰ ਸ਼੍ਰੇਣੀ ਵਿੱਚ ਅਸਵੀਕਾਰ ਦਰ ਵਧੀ ਹੈ, ਭਾਵੇਂ ਇਹ ਵਿਦਿਆਰਥੀ ਹੋਵੇ ਜਾਂ ਵਰਕ ਵੀਜ਼ਾ। ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ। ਇਸ ਵੀਜ਼ਾ ਸ਼੍ਰੇਣੀ ਵਿੱਚ ਸਭ ਤੋਂ ਵੱਧ ਅਸਵੀਕਾਰ ਦਰ ਦੇਖੀ ਜਾਂਦੀ ਹੈ। ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ 54% ਬਿਨੇਕਾਰਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ, ਜਦਕਿ 2023 ਵਿੱਚ ਇਹ ਆંકੜਾ 40% ਸੀ। ਵਿਦਿਆਰਥੀ ਪਰਮਿਟ ਰੱਦ ਹੋਣ ਦੀ ਦਰ ਵੀ ਵੱਧ ਕੇ 52% ਹੋ ਗਈ ਹੈ, ਜਦਕਿ ਪਿਛਲੇ ਸਾਲ ਇਹ 38% ਸੀ। ਘੱਟ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਕਾਰਨ ਦਾਖਲੇ ਵੀ ਘਟ ਗਏ ਹਨ, ਜਿਸ ਦਾ ਅਰਥਚਾਰਿਆ ਤੇ ਅਸਰ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ 44% ਦੀ ਗਿਰਾਵਟ ਆਈ ਹੈ। 2023 ਦੇ ਵਿੱਚ 8,68,000 ਅਰਜ਼ੀਆਂ ਆਈਆਂ ਸਨ, ਜਦਕਿ 2024 ਵਿੱਚ ਇਹ ਗਿਣਤੀ ਵੱਧ ਕੇ 4,69,000 ਹੋ ਗਈ। ਇਹ ਗਿਰਾਵਟ ਇੱਕ ਵਿਆਪਕ ਵਿਸ਼ਵ ਵਿਆਪੀ ਰੁਝਾਨ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਸਟ੍ਰੇਲੀਆ, UK ਅਤੇ ਅਮਰੀਕਾ ਵਰਗੇ ਦੇਸ਼ ਵੀ ਵਿਦਿਆਰਥੀ ਦਾਖਲਿਆਂ ਵਿੱਚ ਗਿਰਾਵਟ ਦਾ ਅਨੁਭਵ ਕਰ ਰਹੇ ਹਨ। ਵਰਕ ਪਰਮਿਟ ਦੀ ਸਥਿਤੀ
ਵਿੱਚ ਥੋੜਾ ਜਿਹਾ ਸੁਧਾਰ ਹੋਇਆ, ਪਰ ਫਿਰ ਵੀ 22% ਬਿਨੇਕਾਰਾਂ ਨੂੰ ਅਸਵੀਕਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡੀਅਨ ਸਰਕਾਰ ਨੇ 2025 ਤੋਂ 2027 ਦੇ ਵਿਚਕਾਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20% ਘਟਾਉਣ ਦਾ ਫੈਸਲਾ ਕੀਤਾ ਹੈ। 2025 ਵਿੱਚ ਸਿਰਫ 3,95,000 ਨਵੇਂ ਆਉਣ ਵਾਲਿਆਂ ਨੂੰ ਹੀ ਸਥਾਈ ਨਿਵਾਸ ਮਿਲੇਗਾ। ਪਹਿਲਾਂ ਇਹ ਗਿਣਤੀ ਜ਼ਿਆਦਾ ਸੀ। ਕੈਨੇਡਾ ਕਿਸੇ ਵੀ ਤਰੀਕੇ ਨਾਲ ਵਿਦੇਸ਼ੀਆਂ ਦੀ ਗਿਣਤੀ ਘਟਾਉਣਾ ਚਾਹੁੰਦਾ ਹੈ, ਜਿਸ ਲਈ ਉਹ ਸਖਤ ਕਦਮ ਚੁੱਕਣ ਤੋਂ ਨਹੀਂ ਝਿਜਕ ਰਿਹਾ। ਵੈਨਜ਼ੂਏਲਾ ਸਰਕਾਰ ਨੇ ਐਲਾਨ ਕੀਤਾ ਹੈ ਕਿ 229 ਵੈਨਜ਼ੂਏਲਾ ਪ੍ਰਵਾਸੀ ਅਮਰੀਕਾ ਤੋਂ ਵਾਪਸ ਆਉਣਗੇ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਮੁੱਖ ਵਾਰਤਾਕਾਰ ਜਾਰਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਨਜ਼ੂਏਲਾ ਦੇ ਸਾਥੀ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਤੋਂ ਆਉਣ ਵਾਲੀ ਇੱਕ ਉਡਾਨ ਨਾਲ ਵਾਪਸੀ ਦੀ ਯੋਜਨਾ ਮੁੜ ਸ਼ੁਰੂ ਹੋਵੇਗੀ। ਬਿਆਨ ਵਿੱਚ 229 ਭਰਾਵਾਂ ਤੇ ਭੈਣਾਂ ਦੀ ਵਾਪਸੀ ਦੀ ਪੁਸ਼ਟੀ ਕੀਤੀ ਗਈ। ਉਧਰ ਹੀ ਜਾਰਜ ਨੇ ਕਿਹਾ ਕਿ ਉਡਾਨ 3 ਮਾਰਚ ਨੂੰ ਦੁਪਹਿਰ ਦੇ ਕਰੀਬ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੇ। NIA यानी कि ਰਾਸ਼ਟਰੀ ਜਾਂਚ ਏਜੰਸੀ ਨੇ ਦਿੱਲੀ ਤੋਂ ਇੱਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨੌਜਵਾਨਾਂ ਨੂੰ ਡੋਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਬਦਲੇ ਲੱਖਾਂ ਰੁਪਏ ਲੈ ਰਿਹਾ ਸੀ। ਮੁਲਜ਼ਮ ਗਗਨਦੀਪ ਸਿੰਘ ਉਰਫ ਗੋਲਡੀ ਤਿਲਕ ਨਗਰ ਦਿੱਲੀ ਦਾ ਰਹਿਣ ਵਾਲਾ ਹੈ। ਉਹ ਗੈਰ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ ਉਹਨਾਂ ਦੀ ਜਾਨ ਖਤਰੇ 'ਚ ਪਾ ਰਿਹਾ ਸੀ। ਇਹ ਮਾਮਲਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਜੁੜਿਆ ਹੈ, ਜਿਸ ਨੂੰ ਦਸੰਬਰ 2024 ਚ 45 ਲੱਖ ਰੁਪਏ ਦੇ ਕੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ, ਪਰ 15 ਫਰਵਰੀ 2025 ਨੂੰ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ। ਭਾਰਤ ਆਉਣ ਤੋਂ ਬਾਅਦ ਪੀੜਿਤ ਨੇ ਮੁਲਜ਼ਮ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਉਪਰੰਤ 13 ਮਾਰਚ ਨੂੰ ਇਹ ਮਾਮਲਾ NIA ਨੂੰ ਸੌਂਪ ਦਿੱਤਾ ਗਿਆ। 17 ਦਿਨਾਂ ਦੀ ਜਾਂਚ ਤੋਂ ਬਾਅਦ NIA ਨੇ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੋਲ ਵਿਦੇਸ਼ੀ ਭੇਜਣ ਦਾ ਕੋਈ ਲਾਇਸੈਂਸ ਨਹੀਂ ਹੈ, यानी विदेश भेजन ਦਾ ਉਸ ਕੋਲ ਕੋਈ ਲਾਇਸੈਂਸ ਨਹੀਂ ਸੀ। ਉਹ ਨੌਜਵਾਨਾਂ ਨੂੰ ਸਪੇਨ, ਐਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਦਾ ਸੀ। ਯਾਤਰਾ ਦੌਰਾਨ ਉਸਦੇ ਸਾਥੀਆਂ ਨੇ ਪੀੜਿਤ ਨੂੰ ਕੁੱਟਿਆ, ਉਸਦਾ ਸ਼ੋਸ਼ਣ ਕੀਤਾ ਅਤੇ ਅਮਰੀਕੀ ਡਾਲਰ ਖੋਲੇ। ਹੁਣ NIA ਗੋਲਡੀ ਨਾਲ ਸੰਬੰਧਿਤ ਹੋਰ ਏਜੰਟਾਂ ਦੀ ਪਹਿਚਾਣ ਕਰ ਰਹੀ ਹੈ। ਇਹ ਮਾਮਲਾ ਪੰਜਾਬ 'ਚ ਜਾਰੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਮਾਫੀਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਜਿਸ ਕਰਕੇ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਹੁਣ ਐਸੇ ਗੈਰ ਕਾਨੂੰਨੀ ਏਜੰਟਸ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਟੈਰਿਫ ਦੀ ਲੜੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਇਹ ਦਿਨ ਅਮਰੀਕੀਆਂ ਲਈ ਟੈਕਸ ਤੋਂ ਮੁਕਤ ਦਿਵਸ ਹੋਵੇਗਾ, ਜੋ ਅਮਰੀਕਾ ਨੂੰ ਵਿਦੇਸ਼ੀ ਵਸਤਾਂ ਤੋਂ ਆਜ਼ਾਦ ਕਰ ਦੇਵੇਗਾ। ਟਰੰਪ ਵੱਲੋਂ ਐਲਾਨੇ ਜਾਣ ਵਾਲੇ ਦਰਾਮਦ ਟੈਕਸਾਂ ਦੇ ਅਗਲੇ ਦੌਰ ਦੇ ਵੇਰਵੇ ਅਜੇ ਵੀ ਸਪਸ਼ਟ ਨਹੀਂ ਹਨ। ਵਧੇਰੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਔਸਤ ਅਮਰੀਕੀ ਪਰਿਵਾਰਾਂ ਨੂੰ ਉੱਚ ਕੀਮਤਾਂ ਤੇ ਘੱਟ ਆਮਦਨ ਦੇ ਰੂਪ 'ਚ ਉਹਨਾਂ ਦੇ ਟੈਰਿਫ ਦੀ ਲਾਗਤ ਝੱਲਣੀ ਪਵੇਗੀ। ਦੂਜੇ ਪਾਸੇ ਟਰੰਪ ਵਾਈਟ ਹਾਊਸ 'ਚ ਕਈ CEOs ਨੂੰ ਸੱਦਾ ਦੇ ਰਹੇ ਸਨ ਅਤੇ ਕਹਿ ਰਹੇ ਹਨ ਕਿ ਉਹ ਦਰਾਮਦ ਟੈਕਸਾਂ ਤੋਂ ਬਚਣ ਲਈ ਨਵੇਂ ਪ੍ਰੋਜੈਕਟਾਂ 'ਚ ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇ ਟਰੰਪ ਨੂੰ ਲੱਗਦਾ ਹੈ ਕਿ ਉਹ ਟੈਰਿਫ ਲਾਗੂ ਕਰਨ ਤੋਂ ਬਾਅਦ ਕੋਈ ਸੌਦਾ ਕਰ ਸਕਦੇ ਹਨ, ਤਾਂ ਸੰਭਾਵਨਾ ਹੈ ਕਿ ਇਹ ਟੈਰਿਫ ਘੱਟ ਸਮੇਂ ਲਈ ਹੋਣ। ਟਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਯਕੀਨੀ ਤੌਰ ਤੇ ਇਸ ਲਈ ਤਿਆਰ ਹੈ। ਜੇ ਅਸੀਂ ਕੁਝ ਕਰ ਸਕੇ, ਅਸੀਂ ਇਸ ਬਦਲੇ ਕੁਝ ਹਾਸਲ ਕਰਾਂਗੇ। ਟਰੰਪ ਨੇ ਕਿਹਾ ਇਹ ਅਮਰੀਕਾ 'ਚ ਮੁਕਤੀ ਦਿਵਸ ਦੀ ਸ਼ੁਰੂਆਤ ਹੈ। ਉਹਨਾਂ ਨੇ ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਸੀਂ ਉਹਨਾਂ ਮੁਲਕਾਂ ਤੋਂ ਟੈਕਸ ਲਵਾਂਗੇ ਜੋ ਕਈ ਸਾਲਾਂ ਤੋਂ ਸਾਡੇ ਦੇਸ਼ ਅੰਦਰ ਵਪਾਰ ਕਰ ਰਹੇ ਹਨ ਅਤੇ ਸਾਡੀਆਂ ਨੌਕਰੀਆਂ, ਸਾਡਾ ਪੈਸਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਰਹੇ ਹਨ। ਉਹਨਾਂ ਨੇ ਸਾਡੇ ਦੇਸ਼ ਤੋਂ ਬਹੁਤ ਕੁਝ ਖੋਹ ਲਿਆ, ਫਿਰ ਭਾਵੇਂ ਉਹ ਦੋਸਤ ਹੋਣ ਜਾਂ ਦੁਸ਼ਮਣ। ਸੱਚ ਕਹਾਂ ਤਾਂ ਦੋਸਤ ਅਕਸਰ ਦੁਸ਼ਮਣ ਤੋਂ ਵੀ ਜ਼ਿਆਦਾ ਬੁਰੇ ਹੁੰਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਹ ਆਪਣੇ ਟੈਰਿਫ ਬਾਰੇ ਲਚਕੀਲੇ ਰਹਿਣਗੇ। ਜ਼ਿਕਰਯੋਗ ਹੈ ਕਿ ਟਰੰਪ ਦੀ ਭਾਰਤ, ਯੂਰਪੀ ਯੂਨੀਅਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਸਮੇਤ ਹੋਰ ਮੁਲਕਾਂ ਤੇ ਜਵਾਬੀ ਟੈਕਸ ਲਾਉਣ ਦੀ ਯੋਜਨਾ ਹੈ। ਜੇਕਰ ਤੁਸੀਂ ਦਿੱਲੀ 에ਅਰਪੋਰਟ ਤੋਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। 16 ਅਪ੍ਰੈਲ ਤੋਂ ਦਿੱਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਲਈ ਹੁਣ ਵਧੇਰੇ ਪੈਸੇ ਖਰਚਣੇ ਪੈਣਗੇ। 에ਅਰਪੋਰਟ ਤੇ ਲਾਗੂ ਯੂਜ਼ਰ ਡਿਵੈਲਪਮੈਂਟ ਫੀਸ ਯਾਨੀ ਕਿ UDF 'ਚ ਭਾਰੀ ਵਾਧਾ ਕੀਤਾ ਗਿਆ। ਹਾਲਾਂਕਿ ਘਰੇਲੂ ਯਾਤਰੀਆਂ ਨੂੰ ਇਸ ਵਾਧੇ ਤੋਂ ਰਾਹਤ ਦਿੱਤੀ ਗਈ ਹੈ। ਦਿੱਲੀ 에ਅਰਪੋਰਟ ਤੋਂ ਇੰਟਰਨੈਸ਼ਨਲ ਇਕਨੋਮੀ ਕਲਾਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ 400% ਜ਼ਿਆਦਾ UDF ਦਾ ਭੁਗਤਾਨ ਕਰਨਾ ਹੋਵੇਗਾ।
ਪਹਿਲਾਂ ਇਹ ਫੀਸ 150 ਰੁਪਏ ਸੀ, ਹੁਣ ਵਧਾ ਕੇ 650 ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਯਾਤਰੀਆਂ ਨੂੰ ਟਿਕਟ ਬੁਕਿੰਗ ਦੇ ਸਮੇਂ ਜ਼ਿਆਦਾ ਪੈਸੇ ਦੇਣੇ ਪੈਣਗੇ। ਦਿੱਲੀ ਹਵਾਈ ਅੱਡੇ ਤੋਂ ਘਰੇਲੂ ਉਡਾਨਾਂ ਉਡਾਉਣ ਵਾਲੇ ਯਾਤਰੀਆਂ ਨੂੰ ਇਸ ਵਾਧੇ ਤੋਂ ਰਾਹਤ ਦਿੱਤੀ ਗਈ ਹੈ। ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ 129 ਰੁਪਏ ਦੀ ਉਪਭੋਗਤਾ ਵਿਕਾਸ ਫੀਸ यानी कि यूजर डेवलपमेंट फीस अदा करनी पवेगी। भाव घरेलू यात्रियों ते इस बदलाव का कोई असर नहीं है। अंतरराष्ट्रीय उड़ाना भरन वाले यात्रियों दी जेबां ते वाधू बोझ पवेगा। टिकट की कुल कीमत विच वाधा यात्रा योजनावां नूं प्रभावित कर सकता है। पहला ही वध रहे हवाई किराए दे विचकार ये वाधू फीस यात्रियों लई एक होर वित्ती झटका साबित हो सकती है। दिल्ली इंटरनेशनल एयरपोर्ट लिमिटेड यानी कि DIAL ने इस वादे ਨੂੰ ਜ਼ਰੂਰੀ ਕਰਾਰ ਦਿੰਦਿਆਂ ਕਿਹਾ ਕਿ ਹਵਾਈ ਅੱਡੇ ਦੇ ਰੱਖ-ਰਖਾਅ ਅਤੇ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤਾ ਗਿਆ ਹੈ। ਇਹ ਕਦਮ ਯਾਤਰੀਆਂ ਦੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ। ਟਿਕਟ ਬੁੱਕ ਕਰਨ ਤੋਂ ਪਹਿਲਾਂ ਵਾਧੂ ਖਰਚਿਆਂ ਦੀ ਜਾਂਚ ਕਰਨੀ ਜ਼ਰੂਰੀ ਹੈ। ਆਪਣੀ ਯਾਤਰਾ ਬਜਟ ਦੀ ਯੋਜਨਾ ਬਣਾਉਣ ਵੇਲੇ UDF ਸ਼ਾਮਲ ਕਰੋ। ਜੇਕਰ ਸੰਭਵ ਹੋਵੇ ਤਾਂ ਵਧੇ ਹੋਏ ਖਰਚਿਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਹਿਲਾਂ ਤੋਂ ਟਿਕਟਾਂ ਬੁੱਕ ਕਰੋ। ਪਾਕਿਸਤਾਨੀ ਕੈਨੇਡੀਅਨ ਨੂੰ ਅਮਰੀਕੀ ਨਿਰਯਾਤ ਕੰਟਰੋਲ ਕਾਨੂੰਨਾਂ ਦੀ ਉਲੰਘਣਾ ਕਰਕੇ ਲੱਖਾਂ ਡਾਲਰ ਦੀ ਅਮਰੀਕੀ ਟੈਕਨੋਲੋਜੀ ਨੂੰ ਪਾਕਿਸਤਾਨ ਦੇ ਫੌਜ ਅਤੇ ਹਥਿਆਰ ਪ੍ਰੋਗਰਾਮਾਂ ਨਾਲ ਜੁੜੇ ਸੰਗਠਨਾਂ ਨੂੰ ਪਹੁੰਚਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਮੁਹੰਮਦ ਜਾਵੇਦ ਅਜ਼ੀਜ਼ ਵਜੋਂ ਹੋਈ ਹੈ। ਉਸ ਨੂੰ 21 ਮਾਰਚ ਨੂੰ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਮਿਨੀਸੋਟਾ ਜ਼ਿਲ੍ਹੇ ਵਿੱਚ ਤਬਦੀਲ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਜ਼ੀਜ਼ ਦੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀ ਐਕਟ ਯਾਨੀ IEEPA ਅਤੇ ਨਿਰਯਾਤ ਨਿਯੰਤਰਣ ਸੁਧਾਰ ਐਕਟ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚਨ ਦਾ ਦੋਸ਼ ਹੈ। उससे दोष लगाया गया है कि 2003 तो मार्च 2019 के आसपास अजीज ने कनाडा स्थित अपनी कंपनी डाइवर्सिफाइड टेक्नोलॉजी सर्विसेज राही एक गैर कानूनी खरीद नेटवर्क चलाया, जिसका उद्देश्य उन्हां पाकिस्तानी संस्थावां लई अमरीकी मूल दी समग्री प्राप्त करना सी जो परमाणु मिसाइल अते मानव रहित हवाई वाहन प्रोग्रामां दे नाल जुड़े हन। पिछले शुक्रवार यानी कि 28 मार्च ਨੂੰ म्यांमार विच 7.7 तीव्रता ਦੇ ਇੱਕ ਵੱਡੇ ਭੂਚਾਲ ਨੇ 334 ਪਰਮਾਣੂ ਬੰਬਾਂ ਦੇ ਬਰਾਬਰ ਊਰਜਾ ਛੱਡੀ। ਇਹ ਦਾਅਵਾ ਭੂ ਵਿਗਿਆਨੀ ਜੈਸ ਫਿਨਿਕਸ ਨੇ ਕੀਤਾ ਹੈ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਭੂਚਾਲ ਦੇ ਝਟਕੇ ਮਹੀਨਿਆਂ ਤੱਕ ਜਾਰੀ ਰਹਿ ਸਕਦੇ ਹਨ ਕਿਉਂਕਿ ਭਾਰਤੀ ਟੈਕਟੋਨਿਕ ਪਲੇਟ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਹੈ। इस आफत विच 1700 तो वध लोगों की मौत हो गई है ते 3400 तो वध जख्मी हुए हैं। बहुत सारे लोग लापता भी हैं ते खोज अते बचाव यत्नां कारण यह गिनती वधन की उम्मीद है। म्यांमार के दूजे सब तो वड्डे शहर मांडले विच बहुत सारे वसनीक बेघर हो गए हैं। ਐਤਵਾਰ ਨੂੰ भी 5.1 तीव्रता का एक होर भूचाल आया। मांडले हवाई अड्डे नूं नुकसान पहुंचिया ਤੇ ਨੈਪੀਡਿਆ ਹਵਾਈ ਅੱਡੇ ਦਾ ਕੰਟਰੋਲ ਟਾਵਰ ਢਹਿ ਗਿਆ, ਜਿਸ ਨਾਲ ਵਪਾਰਕ ਉਡਾਨਾਂ ਰੁਕ ਗਈਆਂ ਹਨ। ਮਿਆਂਮਾਰ ਵਿੱਚ ਚੱਲ ਰਹੇ ਘਰੇਲੂ ਯੁੱਧ ਨੇ ਬਚਾਅ ਕਾਰਜ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ। ਇੱਕ ਅਜਿਹੀ ਸਥਿਤੀ ਜੋ ਆਮ ਤੌਰ ਤੇ ਮੁਸ਼ਕਲ ਹੁੰਦੀ ਸੀ ਲਗਭਗ ਅਸੰਭਵ ਹੋ ਗਈ। ਫਿਨਿਕਸ ਨੇ CNN ਨੂੰ ਦੱਸਿਆ ਕਿ ਮਿਆਂਮਾਰ 1948 ਦੇ ਵਿੱਚ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਹੀ ਘਰੇਲੂ ਟਕਰਾਅ ਵਿੱਚ ਉਲਝਿਆ ਹੋਇਆ ਹੈ, जिस विच वख-वख नस्ली समूह खुद मुख्तियार की मांग कर रहे हैं। 1 फरवरी 2021 ਨੂੰ ਹੋਏ फौजी तख्ता पलट तो बाद स्थिति होर बिगड़ गई, जिसने चुनी हुई सरकार ਨੂੰ हटा दिता ਅਤੇ 2600 ਤੋਂ ਵੱਧ ਬਾਗੀ ਸਮੂਹਾਂ ਵੱਲੋਂ व्यापक विरोध प्रदर्शन ਅਤੇ हथियारबंद विरोध ਨੂੰ जन्म दिता गया। कई देशों ने सहायता प्रदान की है। भारत ने 2 C-17 फौजी ट्रांसपोर्ट जहाज भेजे हैं जो एक फील्ड हस्पताल ਅਤੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਹਨ। ਚੀਨ ਨੇ 135 ਤੋਂ ਵੱਧ ਬਚਾਅ ਕਰਮਚਾਰੀ ਭੇਜੇ ਹਨ ਅਤੇ ਐਮਰਜੈਂਸੀ ਰਾਹਤ ਲਈ 13.8 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਰੂਸ ਨੇ 120 ਬਚਾਅ ਟੀਮਾਂ ਅਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਹਨ। संयुक्त राष्ट्र ने मनुखी मामलों के तालमेल दफ्तर ने सेहत सहूलतां दे व्यापक विनाश की रिपोर्ट दी है, जिस नाल संकट होर भी बिगड़ गया है। मैक्सीको के स्कूलों च जंक फूड ते सरकार वालों लगाई पाबंदी 29 मार्च तो लागू हो गई है।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਵਿੱਚ ਵੱਧ ਰਹੇ ਮੋਟਾਪੇ ਅਤੇ ਸ਼ੂਗਰ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਚੁੱਕਿਆ ਗਿਆ ਹੈ। ਇਹ ਨਵਾਂ ਨਿਯਮ ਜੋ ਪਹਿਲੀ ਵਾਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ, ਉਹਨਾਂ ਨਮਕੀਨ ਅਤੇ ਮਿੱਠੇ ਪੈਕਡ ਖਾਣ ਪੀਣ ਦੀਆਂ ਚੀਜ਼ਾਂ ਤੇ ਰੋਕ ਲਗਾਉਂਦਾ ਹੈ ਜੋ ਮੈਕਸੀਕਨ ਬੱਚਿਆਂ ਦੀ ਡਾਈਟ ਦਾ ਹਿੱਸਾ ਬਣ ਚੁੱਕੀਆਂ ਹਨ। ਇਹਨਾਂ ਵਿੱਚ ਮਿੱਠੇ ਫਲਾਂ ਦੇ ਰਸ, ਪੈਕੇਟ ਵਾਲੇ ਚਿਪਸ, ਆਰਟੀਫੀਸ਼ੀਅਲ ਪਿਗ ਦੇ ਛਿਲਕੇ ਅਤੇ ਮਿਰਚ ਮਸਾਲੇਦਾਰ ਸੋਇਆ ਯੁਕਤ ਮੂੰਗਫਲੀ ਸ਼ਾਮਲ ਹਨ। ਮੈਕਸੀਕੋ ਦੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਜੰਕ ਫੂਡ ਤੇ ਪਾਬੰਦੀ ਹੁਣ ਕਾਨੂੰਨ ਬਣ ਚੁੱਕਿਆ ਹੈ। ਇਸ ਨੇ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅਲਵਿਦਾ ਜੰਕ ਫੂਡ। ਮਾਪਿਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਘਰ 'ਚ ਸਿਹਤਮੰਦ ਭੋਜਨ ਬਣਾਉਣ ਅਤੇ ਸਰਕਾਰ ਦੇ ਇਸ ਮੁਹਿੰਮ ਵਿੱਚ ਸਹਿਯੋਗ ਕਰਨ। ਜਨਤਕ ਸਿਹਤ ਸਕੱਤਰ ਨੇ ਕਿਹਾ ਹੈ ਕਿ ਨਵੇਂ ਮੈਕਸੀਕਨ ਸਕੂਲ ਸਿਸਟਮਸ ਦਾ ਮੁੱਖ ਟੀਚਾ ਸਿਹਤਮੰਦ ਜੀਵਨ ਨੂੰ ਵਧਾਵਾ ਦੇਣਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਮਾਪੇ ਇਸ ਨਿਯਮ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਹਨ। ਮੈਕਸੀਕੋ ਦੇ ਨਵੇਂ ਨਿਯਮ ਅਨੁਸਾਰ ਸਕੂਲਾਂ ਨੂੰ ਉਹਨਾਂ ਸਭ ਖਾਣ ਪੀਣ ਦੀਆਂ ਚੀਜ਼ਾਂ ਨੂੰ ਹੌਲੀ-ਹੌਲੀ ਹਟਾਉਣਾ ਹੋਵੇਗਾ ਜਿਨ੍ਹਾਂ ਵਿੱਚ ਵੱਧ ਨਮਕ, ਚੀਨੀ, ਕੈਲੋਰੀਜ਼ ਜਾਂ ਚਰਬੀ ਹੁੰਦੀ ਹੈ ਅਤੇ ਜਿਨ੍ਹਾਂ ਤੇ ਕਾਲੇ ਚੇਤਾਵਨੀ ਲੇਬਲ ਲੱਗੇ ਹੁੰਦੇ ਹਨ। ਮੈਕਸੀਕੋ ਨੇ 2020 ਵਿੱਚ ਇਹ ਲੇਬਲਿੰਗ ਪ੍ਰਣਾਲੀ ਲਾਜ਼ਮੀ ਬਣਾਈ ਸੀ। ਉਧਰ ਹੀ ਸੋਮਵਾਰ ਸਵੇਰ ਤੋਂ ਲਾਗੂ ਹੋਏ ਇਸ ਜੰਕ ਫੂਡ ਤੇ ਪ੍ਰਤੀਬੰਧ ਦੇ ਤਹਿਤ ਹੁਣ ਸਕੂਲਾਂ ਨੂੰ ਜੰਕ ਫੂਡ ਦੀ ਥਾਂ ਬੀਨ ਟਾਕੋਸ ਵਰਗੇ ਸਿਹਤਮੰਦ ਵਿਕਲਪ ਦੇਣੇ ਹੋਣਗੇ ਅਤੇ ਨਾਲ ਹੀ ਸਾਫ਼ ਪੀਣ ਯੋਗ ਪਾਣੀ ਵੀ ਉਪਲਬਧ ਕਰਵਾਉਣਾ ਹੋਵੇਗਾ। ਪਾਕ ਦੀ ਸ਼ਰੀਫ ਸਰਕਾਰ ਨੇ ਆਪਣੇ ਦੇਸ਼ 'ਚ ਰਹਿ ਰਹੇ ਅਫਗਾਨੀਆਂ ਨੂੰ ਬਾਹਰ ਕੱਢਣ ਜਾਂ ਫਿਰ ਉਹਨਾਂ ਨੂੰ ਹਿਰਾਸਤ 'ਚ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਅਫਗਾਨੀਆਂ ਨੂੰ ਫੜਨ ਲਈ ਪ੍ਰਸ਼ਾਸਨ ਹੁਣ ਘਰ-ਘਰ ਕਾਰਵਾਈ ਸ਼ੁਰੂ ਕਰੇਗਾ। ਦਰਅਸਲ ਸ਼ਰੀਫ ਸਰਕਾਰ ਨੇ ਜਨਵਰੀ 'ਚ ਹੀ ਪਾਕਿਸਤਾਨ 'ਚ ਰਹਿ ਰਹੇ ਅਫਗਾਨੀ ਨਾਗਰਿਕਾਂ ਨੂੰ 31 ਮਾਰਚ ਤੱਕ ਅਫਗਾਨਿਸਤਾਨ ਵਾਪਸ ਜਾਣ ਦਾ ਅਲਟੀਮੇਟਮ ਦਿੱਤਾ ਸੀ। ਹੁਣ ਜਿਵੇਂ-ਜਿਵੇਂ 31 ਮਾਰਚ ਦੀ ਤਰੀਕ ਨੇੜੇ ਆ ਰਹੀ ਹੈ, ਪਾਕ ਸਰਕਾਰ ਦੀਆਂ ਤਿਆਰੀਆਂ ਵੀ ਪੂਰੀਆਂ ਹੋ ਗਈਆਂ ਹਨ। ਪਾਕ ਅਧਿਕਾਰੀਆਂ ਅਨੁਸਾਰ 31 ਮਾਰਚ ਤੋਂ ਬਾਅਦ ਅਫਗਾਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਕੇ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਾਕ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਪੂਰੇ ਮਾਮਲੇ ਸੰਬੰਧੀ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਖਿਲਾਫ ਸਖਤ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਈਰਾਨ ਨੇ ਅਮਰੀਕਾ ਦੇ ਨਾਲ ਪਰਮਾਣੂ ਸਮਝੌਤਾ ਨਹੀਂ ਕੀਤਾ ਤਾਂ ਉਸ ਤੇ ਹਮਲਾ ਕੀਤਾ ਜਾ ਸਕਦਾ ਹੈ। ਉਧਰ ਹੀ ਇੰਟਰਵਿਊ ਦੌਰਾਨ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਹਿਰਾਨ ਨੇ ਸਮਝੌਤੇ ਤੇ ਹਸਤਾਖਰ ਨਹੀਂ ਕੀਤੇ ਤਾਂ ਉਹਨਾਂ ਤੇ ਸੈਕੰਡਰੀ ਟੈਰਿਫ ਵੀ ਲਗਾਇਆ ਜਾ ਸਕਦਾ ਹੈ। ਟਰੰਪ ਨੇ ਕਿਹਾ ਕਿ ਜੇਕਰ ਉਹ ਸਮਝੌਤਾ ਨਹੀਂ ਕਰਦੇ ਤਾਂ ਬੰਬਾਰੀ ਹੋ ਸਕਦੀ ਹੈ। ਹੋਰ ਇੱਕ ਚੋਣ ਇਹ ਵੀ ਹੋ ਸਕਦੀ ਹੈ ਕਿ ਜੇਕਰ ਉਹ ਸਮਝੌਤਾ ਨਹੀਂ ਕਰਦੇ ਤਾਂ ਉਹ ਉਹਨਾਂ ਤੇ ਸੈਕੰਡਰੀ ਟੈਰਿਫ ਲਗਾ ਸਕਦਾ ਹੈ, ਜਿਵੇਂ ਕਿ ਉਹ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤਾ ਗਿਆ ਸੀਗਾ। 2017 ਤੇ 21 ਦੇ ਦੌਰਾਨ ਟਰੰਪ ਨੇ ਅਮਰੀਕਾ ਨੂੰ 2015 ਦੇ ਪਰਮਾਣੂ ਸਮਝੌਤੇ ਤੋਂ ਵਾਪਸ ਬੁਲਾ ਲਿਆ ਸੀ, ਜਿਸ ਅਧੀਨ ਈਰਾਨ ਤੇ ਲਾਈਆਂ ਪਾਬੰਦੀਆਂ ਵਿੱਚ ਥੋੜੀ ਢਿੱਲ ਦਿੱਤੀ ਗਈ ਸੀ। ਦੂਜੇ ਪਾਸੇ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਕਿਹਾ ਕਿ ਈਰਾਨ ਨੇ ਟਰੰਪ ਤੇ ਪੱਤਰ ਦੇ ਜਵਾਬ ਵਿੱਚ ਅਮਰੀਕਾ ਦੇ ਨਾਲ ਸਿੱਧੀ ਗੱਲਬਾਤ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਹਾਲ ਹੀ ਦੇ ਵਿੱਚ ਈਰਾਨ ਦੇ ਆਇਤੁੱਲਾ ਅਲੀ ਖਮੇਨੀ ਨੂੰ ਇੱਕ ਪੱਤਰ ਭੇਜਿਆ ਸੀ, ਜਿਸ ਵਿੱਚ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਚਿੰਤਾ ਜਤਾਈ ਗਈ ਸੀ। ਉਧਰ ਹੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਕਿ ਇਹ ਦੋਵਾਂ ਧਿਰਾਂ ਵਿਚਕਾਰ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਖਤਮ ਕਰਦਾ ਹੈ, ਪਰ ਸਿੱਧੇ ਸੰਪਰਕ ਲਈ ਦੱਸਦਾ ਹੈ ਕਿ ਰਾਹ ਖੁੱਲਾ ਹੈ। ਉਹਨਾਂ ਨੇ ਵੀ ਕਿਹਾ ਕਿ ਅਸੀਂ ਗੱਲਬਾਤ ਤੋਂ ਨਹੀਂ ਕਤਰਾਂਦੇ, ਪਰ ਵਿਸ਼ਵਾਸ ਦੀ ਘਾਟ ਕਾਰਨ ਕੁਝ ਮੁੱਦੇ ਹਨ। ਅਮਰੀਕਾ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਦੁਬਾਰਾ ਵਿਸ਼ਵਾਸ ਜੋੜ ਸਕਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਵਿੱਚ ਈਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵੱਧ ਰਹੇ ਪਰਮਾਣੂ ਪ੍ਰੋਗਰਾਮ ਤੇ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰਪਤੀ ਮਸੂਦ ਦੀਆਂ ਟਿੱਪਣੀਆਂ ਪਹਿਲੀ ਵਾਰ ਅਧਿਕਾਰਤ ਤੌਰ ਤੇ ਸਪਸ਼ਟ ਕਰਦੀਆਂ ਹਨ ਕਿ ਈਰਾਨ ਨੇ ਟਰੰਪ ਦੇ ਪੱਤਰ ਦਾ ਕਿਵੇਂ ਜਵਾਬ ਦਿੱਤਾ ਹੈ। ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸਖਤ ਫੈਸਲਿਆਂ ਦੇ ਨਾਲ-ਨਾਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ਦੇ ਵਿੱਚ ਇਸ
ਇਸ ਦੀ ਇੱਕ ਹੋਰ ਮਿਸਾਲ ਦੇਖਣ ਨੂੰ ਮਿਲੀ। ਦਰਅਸਲ ਟਰੰਪ ਵਾਈਟ ਹਾਊਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਮੌਕੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਔਰਤਾਂ ਦੀ ਭੂਮਿਕਾ ਨਾਲ ਸੰਬੰਧਿਤ ਸਵਾਲ ਪੁੱਛਿਆ। ਟਰੰਪ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਮੁਤਾਬਕ ਔਰਤਾਂ ਦੀ ਪਰਿਭਾਸ਼ਾ ਕੀ ਹੈ। ਇਹ ਜਵਾਬ ਸੁਣ ਕੇ ਉੱਥੇ ਬੈਠੇ ਲੋਕ ਹੱਸ ਪਏ। ਨਾਲ ਹੀ ਟਰੰਪ ਨੇ ਇੱਕ ਅਹਿਮ ਸੰਦੇਸ਼ ਵੀ ਦਿੱਤਾ। ਰਿਪੋਰਟਰ ਨੇ ਇਹ ਸਵਾਲ ਉਦੋਂ ਪੁੱਛਿਆ ਜਦੋਂ ਟਰੰਪ ਨਿਊ ਜਰਸੀ ਦੀ ਅਮਰੀਕੀ ਅਟਾਰਨੀ ਐਲੀਨਾ ਹੂਬਾ ਦੇ ਸਹੁੰ ਚੁੱਕ ਸਮਾਗਮ ਬਾਰੇ ਗੱਲ ਕਰ ਰਹੇ ਸਨ। ਪੱਤਰਕਾਰ ਨੇ ਟਰੰਪ ਪ੍ਰਸ਼ਾਸਨ ਵਿੱਚ ਚੀਫ ਆਫ ਸਟਾਫ ਸੂਜ਼ੀ ਵਿਲਸ, ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਅਤੇ ਅਟਾਰਨੀ ਜਨਰਲ ਪੈਮ ਬੋਡੀ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਔਰਤਾਂ ਨੂੰ ਨਿਯੁਕਤ ਕਰਨ ਵਿੱਚ ਟਰੰਪ ਦੀ ਭੂਮਿਕਾ ਤੇ ਜ਼ੋਰ ਦਿੱਤਾ। ਉਸਨੇ ਫਿਰ ਰਾਸ਼ਟਰਪਤੀ ਟਰੰਪ ਨੂੰ ਪੁੱਛਿਆ ਕਿਉਂਕਿ ਡੈਮੋਕ੍ਰੇਟਸ ਇਸ ਸਵਾਲ ਦਾ ਜਵਾਬ ਦੇਣ ਲਈ ਸੰਘਰਸ਼ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਔਰਤ ਕੀ ਹੈ ਅਤੇ ਇਹ ਮਹੱਤਵਪੂਰਨ ਕਿਉਂ ਹੈ ਕਿ ਅਸੀਂ ਮਰਦਾਂ ਅਤੇ ਔਰਤਾਂ ਵਿੱਚ ਅੰਤਰ ਨੂੰ ਸਮਝੀਏ। ਇਹ ਸਵਾਲ ਟਰੰਪ को पूछा गया, जिस ਦੇ ਜਵਾਬ ਦੇ ਵਿੱਚ ਟਰੰਪ ਨੇ ਕਿਹਾ ਕਿ ਇਹ ਆਸਾਨ ਹੈ। ਉਸਨੇ ਕਿਹਾ ਇੱਕ ਔਰਤ ਉਹ ਹੈ ਜੋ ਬੱਚੇ ਨੂੰ ਜਨਮ ਦੇ ਸਕਦੀ ਹੈ, ਉਸ ਕੋਲ ਅਧਿਕਾਰ ਹੈ। ਇੱਕ ਔਰਤ ਉਹ ਹੈ ਜੋ ਇੱਕ ਮਰਦ ਤੋਂ ਵੱਧ ਸਮਝਦਾਰ ਹੈ। ਇੱਕ ਔਰਤ ਉਹ ਹੈ ਜੋ ਕਦੇ ਵੀ ਮਰਦ ਨੂੰ ਜਿੱਤਣ ਨਹੀਂ ਦਿੰਦੀ। ਟਰੰਪ ਦਾ ਇਹ ਜਵਾਬ ਸੁਣ ਕੇ ਹਰ ਕੋਈ ਹੱਸ ਪਿਆ। ਟਰੰਪ ਬਾਅਦ ਵਿੱਚ ਖੇਡਾਂ ਵਿੱਚ ਟਰਾਂਸਜੈਂਡਰਾਂ ਦੀ ਭਾਗੀਦਾਰੀ ਤੇ ਚਰਚਾ ਕਰਦੇ ਨਜ਼ਰ ਆਏ। ਟਰੰਪ ਨੇ ਗੰਭੀਰ ਹੋ ਕੇ ਕਿਹਾ ਕਿ ਉਹ ਔਰਤਾਂ ਨਾਲ ਕਦੇ ਵੀ ਅਨਿਆਏ ਨਹੀਂ ਹੋਣ ਦੇਣਗੇ। ਉਸਨੇ ਕਿਹਾ ਇੱਕ ਔਰਤ ਉਹ ਹੈ ਜਿਸ ਨਾਲ ਕਈ ਮਾਮਲਿਆਂ ਵਿੱਚ ਅਨੁਚਿਤ ਵਿਵਹਾਰ ਕੀਤਾ ਗਿਆ। ਔਰਤਾਂ ਦੀਆਂ ਖੇਡਾਂ ਵਿੱਚ ਪੁਰਸ਼ ਖਿਡਾਰੀਆਂ ਦੀ ਹਿੱਸੇਦਾਰੀ ਕਾਰਨ ਔਰਤਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਹ ਸਥਿਤੀ ਨਾ ਸਿਰਫ ਅਨਿਆਇਪੂਰਨ ਹੈ ਸਗੋਂ ਔਰਤਾਂ ਲਈ ਅਪਮਾਨਜਨਕ ਵੀ ਹੈ। ਉਸਨੇ ਕਿਹਾ ਕਿ ਖੇਡ ਭਾਵਨਾ ਬਰਾਬਰ ਬਣਾਈ ਰੱਖਣ ਦੇ ਸੰਦਰਭ ਵਿੱਚ ਪੁਰਸ਼ਾਂ ਅਤੇ ਔਰਤਾਂ ਦੀਆਂ ਸ਼੍ਰੇਣੀਆਂ ਵਿੱਚ ਅੰਤਰ ਨੂੰ ਲਾਗੂ ਕਰਨਾ ਜ਼ਰੂਰੀ ਸੀ। ਇਹ ਘਿਨਾਉਣਾ ਹੈ, ਇਹ ਗਲਤ ਹੈ। ਉਸਨੇ ਅੱਗੇ ਕਿਹਾ ਕਿ ਇਹ ਮਹਿਲਾ ਐਥਲੀਟਾਂ ਦੁਆਰਾ ਆਪਣੀਆਂ ਖੇਡਾਂ ਵਿੱਚ ਲਗਾਈ ਗਈ ਸਾਲਾਂ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਘੱਟ ਕਰਕੇ ਪਛਾਣਨਾ ਹੈ। ਟਰੰਪ ਨੇ ਕਿਹਾ ਕਿ ਔਰਤਾਂ ਬੇਮਿਸਾਲ ਹਨ ਜੋ ਸਾਡੇ ਦੇਸ਼ ਲਈ ਬਹੁਤ ਕੁਝ ਕਰਦੀਆਂ ਹਨ। ਅਸੀਂ ਔਰਤਾਂ ਦਾ ਸਨਮਾਨ ਕਰਦੇ ਹਾਂ ਅਤੇ ਅਸੀਂ ਕਦੇ ਵੀ ਉਹਨਾਂ ਨਾਲ ਕੁਝ ਵੀ ਗਲਤ ਨਹੀਂ ਹੋਣ ਦੇਵਾਂਗੇ। ਹਾਲ ਹੀ ਵਿੱਚ ਮਿਆਂਮਾਰ 'ਚ 7.7 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 1000 ਤੋਂ ਵੀ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ 1700 ਜਿਹੜੀ ਪੁਸ਼ਟੀ ਆંકੜੇ ਸਾਹਮਣੇ ਆਏ ਹਨ। ਇਸ ਭੂਚਾਲ ਨੇ ਪੂਰੇ ਦੇਸ਼ 'ਚ ਕਾਫੀ ਤਬਾਹੀ ਮਚਾਈ। ਭੂਚਾਲ ਕਾਰਨ ਥਾਈਲੈਂਡ ਦੇ ਬੈਂਕਾਕ ਵਿੱਚ ਇੱਕ 33 ਮੰਜ਼ਲਾ ਆਸਮਾਨੀ ਇਮਾਰਤ ਢਹਿ ਗਈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਭੂਚਾਲ ਕਿਵੇਂ ਅਤੇ ਕਿਉਂ ਆਇਆ। ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਨੁਨੀਤ ਨੇ ਢਹਿਣ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ, ਜਿਸ ਨਾਲ ਬਹੁਤ ਸਾਰੇ ਲੋਕ ਉਤਸੁਕ ਹਨ ਕਿ ਗਗਨਚੁੰਬੀ ਇਮਾਰਤ ਦੇ ਨਾਲ ਕੀ ਗਲਤ ਹੋਇਆ ਹੈ। ਯਾਨੀ ਕਿ ਇਸ ਇੰਨੀ ਲੰਬੀ ਇਮਾਰਤ ਦੇ ਨਾਲ ਐਸਾ ਕੀ ਹੋ ਗਿਆ ਕਿ ਇਹ ਮਿੰਟਾਂ ਸਕਿੰਟਾਂ 'ਚ ਢਹਿ ਹੋ ਗਏ, ਜੋ ਕਿ ਇੱਕ ਚੀਨੀ ਕੰਪਨੀ ਨਾਲ ਸਾਂਝੇ ਉਦਮ ਦੁਆਰਾ ਬਣਾਇਆ ਜਾ ਰਿਹਾ ਸੀ। ਇਸ ਮਾਮਲੇ 'ਚ ਚੀਨ ਸਮਰਥਿਤ ਕੰਸਟਰਕਸ਼ਨ ਫਰਮ ਦੀ ਜਾਂਚ ਕੀਤੀ ਜਾ ਰਹੀ ਹੈ। ਇਹ 33 ਮੰਜ਼ਲਾ ਉੱਚੀ ਇਮਾਰਤ ਕਰੇਨਾਂ ਨਾਲ ਘਿਰੀ ਹੋਣ ਦੇ ਬਾਵਜੂਦ ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ ਢਹਿ ਗਈ। ਹੁਣ ਤੱਕ ਆਸਮਾਨੀ ਇਮਾਰਤ ਦੇ ਮਲਬੇ 'ਚੋਂ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਗੱਲ ਤੇ ਸਵਾਲ ਉਠਾਏ ਜਾ ਰਹੇ ਹਨ ਕਿ ਇਹ ਸਕਾਈ ਸਕ੍ਰੈਪਰ ਇੰਨੀ ਤੇਜ਼ੀ ਨਾਲ ਕਿਵੇਂ ਅਤੇ ਕਿਉਂ ਢਹਿ ਗਿਆ। ਸਿਵਲ ਇੰਜੀਨੀਅਰਿੰਗ ਅਤੇ ਡੈਮੋਕ੍ਰੇਟ ਪਾਰਟੀ ਦੇ ਸਿਆਸਤਦਾਨ ਪ੍ਰੋਫੈਸਰ ਨੇ ਦ ਟੈਲੀਗ੍ਰਾਫ ਯੂਕੇ ਨੂੰ ਦੱਸਿਆ ਕਿ ਕੁਝ ਨਿਸ਼ਚਿਤ ਹੀ ਕੁਝ ਗਲਤ ਹੋਇਆ ਹੈ, ਜਿਸ ਕਰਕੇ ਇਹ ਜੋ ਇਮਾਰਤ ਹੈ ਢਹਿ ਹੋ ਗਈ। ਉਹਨਾਂ ਨੇ ਕਿਹਾ ਤੁਸੀਂ ਬਾਕੀ ਸਾਰੀਆਂ ਇਮਾਰਤਾਂ ਨੂੰ ਵੇਖੋ, ਇੱਥੋਂ ਤੱਕ ਕਿ ਉਸਾਰੀ ਅਧੀਨ ਉੱਚੀਆਂ ਇਮਾਰਤਾਂ ਵੀ ਸੁਰੱਖਿਅਤ ਹਨ। ਇਸ ਲਈ ਜਾਂ ਤਾਂ ਡਿਜ਼ਾਈਨ ਗਲਤ ਸੀ ਜਾਂ ਉਸਾਰੀ ਗਲਤ ਸੀ, ਪਰ ਸਿੱਟਾ ਕੱਢਣਾ ਬਹੁਤ ਜਲਦਬਾਜ਼ੀ ਹੋਵੇਗੀ। ਲਖਬੀਰ ਸਿੰਘ ਜੋ ਮਨਿੰਦਰਜੀਤ ਸਿੰਘ ਬਿੱਟਾ ਚੇਅਰਮੈਨ ਅੱਤਵਾਦ ਵਿਰੋਧੀ ਫਰੰਟ ਦੀ ਸੁਰੱਖਿਆ ਵਿੱਚ ਤੈਨਾਤ ਹਨ ਦੇ ਗੁਰਸਿੱਖ ਨੌਜਵਾਨ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਧੌਲ ਕਲਾ ਰਾਮ ਤੀਰਥ ਰੋਡ ਅੰਮ੍ਰਿਤਸਰ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ 2018 ਚ ਕੈਨੇਡਾ ਗਿਆ ਸੀ ਪਰ ਇੱਕ ਵਾਰ ਵੀ ਵਾਪਸ ਨਹੀਂ ਆਇਆ ਸੀ। ਉਸ ਦੀ ਕੈਨੇਡਾ 'ਚ ਬੀਤੀ 21 ਮਾਰਚ ਨੂੰ ਮੌਤ ਹੋਣ ਕਾਰਨ ਉਸ ਦਾ ਪਰਿਵਾਰ ਭਾਰੀ ਸਦਮੇ ਵਿੱਚ ਹੈ। ਉਸ ਦੀ ਮ੍ਰਿਤਕ ਦੇ 28 ਮਾਰਚ ਨੂੰ ਸਵੇਰੇ ਪਹੁੰਚੀ ਸੀ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਕਸਰ ਚੀਨ ਦੇ ਬਣਾਏ ਹਥਿਆਰਾਂ ਤੇ ਆਧੁਨਿਕ ਉਪਕਰਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹਾਲ ਹੀ ਵਿੱਚ ਚੀਨ ਦੀਆਂ ਸੜਕਾਂ ਤੇ ਕੰਢਿਆਂ ਉੱਤੇ ਫੁੱਲਾਂ ਦੀਆਂ ਕਿਆਰੀਆਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਹਾਲ ਹੀ ਵਿੱਚ ਵਾਲ ਸਟਰੀਟ ਮੈਵ ਨਾਂ ਦੇ ਐਕਸ ਹੋਲਡਰ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੇਕ ਹਾਈਵੇਜ਼ ਗ੍ਰੇਟ ਅਗੇਨ। ਇਸ ਦੇ ਨਾਲ ਹੀ ਇੱਕ ਟਿਕਟੌਕ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਚੀਨ ਦੇ ਫੂਜ਼ੀਆਨ ਸੂਬੇ ਦੇ ਫੂਜ਼ੋ ਇਲਾਕੇ ਦੇ ਪੁਲ ਬੜੇ ਹੀ ਮਨਮੋਹਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਪੂਰਾ ਪੁਲ ਤੇ ਸੜਕਾਂ ਦੀਆਂ ਸਾਈਡਾਂ ਗੁਲਾਬੀ ਰੰਗ ਦੇ ਫੁੱਲਾਂ ਨਾਲ ਟੱਕੀਆਂ ਹੋਈਆਂ ਹਨ ਜੋ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ USA ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।